ਵਿਨਿੰਗ ਪੰਜਾਬ ਦਾ ਸਪੈਸ਼ਲ ਪ੍ਰੋਗਰਾਮ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਲਖਵਿੰਦਰ ਸਿੰਘ ਮਾਨ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਰਾਜਨੀਤੀ ਦੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕੱਲ ਟਿੱਕਰੀ ਬਾਰਡਰ ਦੇ ਉੱਪਰ ਕਿਸਾਨ ਜਥੇਬੰਦੀਆਂ ਅਤੇ ਪ੍ਰਸ਼ਾਸਨ ਦੇ ਵਿੱਚ ਹੋਈ ਵਿਰੋਧਤਾ ਦੀ। ਕਿਸਾਨ ਜਥੇਬੰਦੀਆਂ ਨੇ ਕਿੰਨਾ ਕਾਰਨਾਂ ਦੇ ਕਾਰਨ ਕੱਲ ਦਿੱਲੀ ਪ੍ਰਸ਼ਾਸਨ ਦਾ ਵਿਰੋਧ ਕੀਤਾ, ਜਦੋਂ ਕਿ ਦਿੱਲੀ ਪ੍ਰਸ਼ਾਸਨ ਕੱਲ ਦਿੱਲੀ ਨਾਲ ਜੁੜੇ ਹੋਏ ਬਾਰਡਰਾਂ ਨੂੰ ਖੋਲਣ ਦੀ ਕੋਸ਼ਿਸ਼ ਕਰ ਰਹੀ ਸੀ। ਕਿਸਾਨ ਜਥੇਬੰਦੀਆਂ ਨੇ ਬਾਰਡਰ ਖੋਲਣ ਦਾ ਰਾਸਤੇ ਖੋਲਣ ਦਾ ਵਿਰੋਧ ਕੀਤਾ। ਵਿਰੋਧ ਕਿਉਂ ਕੀਤਾ ਗਿਆ, ਇਸ ਬਾਰੇ ਵੀ ਗੱਲਬਾਤ ਕਰਾਂਗੇ। ਇੱਕ ਵੱਡੇ ਬਿਆਨ ਦੀ ਜੋ ਰਕੇਸ਼ ਟਕੈਤ ਦੇ ਵੱਲੋਂ ਆਇਆ ਬਾਰਡਰ ਖੋਲਣ ਤੋਂ ਬਾਅਦ, ਸੋ ਉਹਨਾਂ ਦਾ ਅਗਲਾ ਐਕਸ਼ਨ ਹੁਣ ਕੀ ਹੋਏਗਾ ਬਾਰਡਰ ਖੋਲਣ ਤੋਂ ਬਾਅਦ, ਉਸ ਬਾਰੇ ਵੀ ਗੱਲਬਾਤ ਕਰਾਂਗੇ। ਤੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਹਾਈ ਕਮਾਨ ਦੇ ਵੱਲੋਂ ਇੱਕ ਵੱਡਾ ਝਟਕਾ ਨਵਜੋਤ ਸਿੰਘ ਸਿੱਧੂ ਨੂੰ ਦਿੱਤਾ ਗਿਆ। ਕੀ ਆ ਉਹ ਵੱਡਾ ਝਟਕਾ, ਕਿਉਂਕਿ ਵੱਡੀਆਂ ਪਾਵਰਾਂ ਕੱਲ ਹਾਈ ਕਮਾਨ ਦੇ ਵੱਲੋਂ ਚਰਨਜੀਤ ਸਿੰਘ ਚੰਨੀ ਸੀਐਮ ਪੰਜਾਬ ਨੂੰ ਦੇ ਦਿੱਤੀਆਂ ਗਈਆਂ ਨੇ। ਬਹੁਤ ਵੱਡਾ ਝਟਕਾ ਇੱਕ ਨਵਜੋਤ ਸਿੰਘ ਸਿੱਧੂ ਦੇ ਲਈ ਹੈ। ਕੀ ਆ ਉਹ ਝਟਕਾ, ਉਸ ਬਾਰੇ ਵੀ ਗੱਲਬਾਤ ਕਰਾਂਗੇ। ਤੇ ਇਹਨਾਂ ਖਬਰਾਂ ਦਾ ਐਨਾਲਿਸਿਸ ਕਰਨ ਲਈ, ਇਹਨਾਂ ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜੇ ਹੋਏ ਨੇ ਮੇਰੇ ਸੀਨੀਅਰ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ। ਸੋ ਸਭ ਤੋਂ ਪਹਿਲਾਂ ਅਣਖੀ ਸਾਹਿਬ ਦਾ ਸਵਾਗਤ ਕਰਾਂਗੇ। ਅਣਖੀ ਸਾਹਿਬ ਜੀ, ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਬਹੁਤ ਬਹੁਤ ਸ਼ੁਕਰੀਆ ਜੀ। ਤੋ ਸਰ, ਖਬਰਾਂ ਤਾਂ ਅੱਜ ਬਹੁਤ ਅਹਿਮ ਨਹੀਂ ਗਈਆਂ, ਲੇਕਿਨ ਸਭ ਤੋਂ ਪਹਿਲਾਂ ਗੱਲਬਾਤ ਕਰੀਏ ਆਪਾਂ ਉਸ ਖਬਰ ਦੀ ਜਿਹੜੀ ਖਬਰ ਨੇ ਕੱਲ ਪੂਰੀ ਹਲਚਲ ਮਚਾਈ ਸੀ ਆਪਣੇ ਹਿੰਦੁਸਤਾਨ ਦੇ ਵਿੱਚ, ਇੰਡੀਆ ਦੇ ਵਿੱਚ। ਸੋ ਗੱਲ ਕਰੀਏ, ਕੱਲ ਇੱਕ ਵੱਡੀ ਕਾਰਵਾਈ ਹੋਈ ਸੀ ਬਾਰਡਰਾਂ ਨੂੰ ਲੈ ਕੇ ਦਿੱਲੀ ਸਰਕਾਰ ਦੇ ਵੱਲੋਂ। ਸੋ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੱਲ ਬੈਰੀਗੇਡ ਟਿੱਕਰੀ ਬਾਰਡਰ ਨੂੰ ਖਾਲੀ ਕੀਤਾ ਗਿਆ, ਰਾਸਤੇ ਖੋਲਣ ਦੀ ਗੱਲ ਹੋਈ ਸੀ। ਸੋ ਲੱਗ ਰਿਹਾ ਸੀ ਹੁਣ ਮਾਮਲੇ ਸੁਲਝਣੇ ਸ਼ੁਰੂ ਹੋਣਗੇ, ਲੇਕਿਨ ਕਿਸਾਨ ਜਥੇਬੰਦੀਆਂ ਵੱਲੋਂ ਇਹ ਰਸਤਾ ਖਲਵਾਉਣ ਦਾ ਵਿਰੋਧ ਕੀਤਾ ਗਿਆ। ਉਹਨਾਂ ਨੇ ਕਿਹਾ ਵੀ ਇਹ ਜੇਕਰ ਰਸਤਾ ਖੁੱਲੇਗਾ, ਜਿਸ ਤਰ੍ਹਾਂ ਦੇ ਹਾਦਸੇ ਟਿੱਕਰੀ ਬਾਰਡਰ ਤੇ ਹੋਏ ਨੇ, ਜਿੱਥੇ 3 ਕਿਸਾਨ ਮਜ਼ਦੂਰ ਜਿਹੜੇ ਹੈਗੇ ਸੀ, ਸਾਡੀਆਂ ਮਾਤਾਵਾਂ ਉੱਥੇ ਪ੍ਰੋਟੈਸਟ ਕਰ ਰਹੀਆਂ ਸੀ, ਉਹਨਾਂ ਦੀ ਜਾਨ ਚਲੀ ਗਈ ਸੀ। ਸੋ ਜੇਕਰ ਇਹ ਰਸਤੇ ਖੁੱਲਣਗੇ ਤਾਂ ਇਸ ਤਰ੍ਹਾਂ ਦੇ ਹਾਦਸੇ ਹੋਰ ਵੱਧ ਜਾਣਗੇ। ਸੋ ਇਹਨਾਂ ਨੇ ਵਿਰੋਧ ਕੀਤਾ। ਇਸ ਵਿਰੋਧ ਨੂੰ ਲੈ ਕੇ ਭਾਵੇਂ ਕਿ ਕੱਲ ਪ੍ਰਸ਼ਾਸਨ ਨੇ ਕੰਮ ਬੰਦ ਕਰ ਦਿੱਤਾ ਸੀਗਾ, ਲੇਕਿਨ ਅੱਜ ਇੱਕ ਅਹਿਮ ਮੀਟਿੰਗ ਪ੍ਰਸ਼ਾਸਨ ਅਤੇ ਕਿਸਾਨ ਜਥੇਬੰਦੀਆਂ ਦੇ ਵਿੱਚ ਹੋ ਰਹੀ ਹੈ। ਕਿਵੇਂ ਦੇਖ ਰਹੇ ਹੋ ਵੀ ਜਿਸ ਤਰ੍ਹਾਂ ਦਾ ਇਹ ਫੈਸਲਾ ਕੱਲ ਕਿਸਾਨ ਜਥੇਬੰਦੀਆਂ ਵੱਲੋਂ ਲਿਆ ਗਿਆ ਸੀ ਇਹਨਾਂ ਨੂੰ ਰਸਤਿਆਂ ਨੂੰ ਖੋਲਣ ਦੇ ਲਈ, ਬਾਰਡਰ ਨੂੰ ਖੋਲਣ ਦੇ ਲਈ। ਸੋ ਅੱਜ ਦੀ ਜਿਹੜੀ ਅਹਿਮ ਮੀਟਿੰਗ ਹੋ ਰਹੀ ਹੈ, ਕੀ ਲੱਗ ਰਿਹਾ ਵੀ ਕਿਹੜਾ ਰਸਤਾ ਕੱਢਿਆ ਜਾਏਗਾ? ਇਹ ਰਸਤੇ ਖੁੱਲਣਗੇ ਜਾਂ ਫਿਰ ਪਹਿਲਾਂ ਦੀ ਤਰ੍ਹਾਂ ਬੰਦ ਕਰ ਦਿੱਤੇ ਜਾਣਗੇ? ਦੇਖੋ, ਜਦੋਂ ਕੱਲ ਪੁਲਿਸ ਵੱਲੋਂ ਬੈਰੀਕੇਡ ਹਟਾਏ ਜਾ ਰਹੇ ਸੀ ਤਾਂ ਮੀਡੀਆ ਹਾਊਸਿਸ ਜਾਂ ਮੀਡੀਆ ਚੈਨਲਾਂ ਤੇ ਇਸ ਦੀਆਂ ਬੜਾ ਚਰਚਾ ਸੀ ਕਿ ਪੁਲਿਸ ਵੱਲੋਂ ਬੈਰੀਕੇਡ ਹਟਾਉਣੇ ਸ਼ੁਰੂ ਕਰ ਦਿੱਤੇ ਗਏ ਆ ਤੇ ਇਹਨਾਂ ਨੂੰ ਕੁਝ ਹੋਰ ਮੁੱਦੇ ਨੂੰ ਲੈ ਕੇ ਜਿਹੜੇ ਕਾਲੇ ਕਾਨੂੰਨ ਨੇ ਉਹਨਾਂ ਦੇ ਸੰਦਰਭ 'ਚ ਵੇਖਿਆ ਜਾ ਰਿਹਾ ਸੀ ਕਿ ਸ਼ਾਇਦ ਸਰਕਾਰ ਦੀਵਾਲੀ ਦੇ ਮੌਕੇ ਤੇ ਕੋਈ ਵੱਡਾ ਐਲਾਨ ਜਿਹੜਾ ਆ ਕਿਸਾਨਾਂ ਦੇ ਹੱਕ ਵਿੱਚ ਕਰ ਸਕਦੀ ਹੈ। ਆਪਾਂ ਵੀ ਸਪੈਸ਼ਲ ਪ੍ਰੋਗਰਾਮ ਜਿਹੜਾ ਕੀਤਾ ਸੀ ਇਸ ਇਸ਼ੂ ਦੇ ਉੱਤੇ, ਪਰ ਉਹਦੇ ਵਿੱਚ ਹੀ ਅਸਾਂ ਗੱਲ ਕਹਿ ਦਿੱਤੀ ਸੀ ਕਿ ਅਜੇ ਸਰਕਾਰ ਦੇ ਜਿਹੜੇ ਕੋਈ ਮੰਸ਼ੇ ਆ ਉਹ ਇੰਨੇ ਕਲੀਅਰ ਨਹੀਂ ਹਨ। ਕਹਾਣੀ ਇਹ ਆ ਮਾਨ ਸਾਹਿਬ ਕਿ ਜਿਸ ਤਰੀਕੇ ਨਾਲ ਪਿਛਲੇ 1.5 ਸਾਲ ਤੋਂ ਦਿੱਲੀ ਦੇ ਬਾਰਡਰ ਜਿਹੜੇ ਕਿਸਾਨਾਂ ਵੱਲੋਂ ਸੀਲ ਕੀਤੇ ਹੋਏ ਨੇ, ਉਹਦੇ ਕਾਰਨ ਆਲੇ ਦੁਆਲੇ ਦਾ ਲੋਕ ਤਾਂ ਚਲੋ ਕਿਸਾਨ ਤਾਂ ਆਪਣੇ ਹੱਕਾਂ ਵਾਸਤੇ ਬੈਠੇ ਆ, ਪਰ ਇਸ ਦਾ ਪ੍ਰਭਾਵ ਆਮ ਲੋਕਾਂ ਤੇ ਜਨ ਜੀਵਨ ਤੇ ਵੀ ਉੱਥੇ ਪੈ ਰਿਹਾ। ਔਰ ਲੋਕ ਜਿਹੜੇ ਆਲੇ ਦੁਆਲੇ ਦੇ ਟਿੱਕਰੀ ਬਾਰਡਰ ਹੋਇਆ, ਸਿੰਘੂ ਬਾਰਡਰ ਹੋਇਆ, ਲੋਕ ਉੱਥੋਂ ਦੇ ਆਲੇ ਦੁਆਲੇ ਦੇ ਲੋਕ ਜਿਹੜੇ ਨਾ ਉਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ। ਤੇ ਜੇਕਰ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਹੈ ਤਾਂ ਉਹ ਕੇਵਲ ਜਿਹੜੀ ਕੇਂਦਰ ਦੀ ਨਰਿੰਦਰ ਮੋਦੀ ਵਾਲੀ ਸਰਕਾਰ ਹੈਗੀ ਉਹਨੂੰ ਕੋਈ ਫਰਕ ਨਹੀਂ ਪੈ ਰਿਹਾ। ਖੈਰ, ਇੱਕ ਅਲੱਗ ਇਸ਼ੂ ਹੈ। ਤਾਂ ਕੱਲ ਬੈਰੀਕੇਡ ਹਟਾਏ ਗਏ ਕਿਉਂਕਿ ਬੈਰੀਕੇਡ ਹਟਾਉਣ ਦਾ ਮੁੱਦਾ 2 ਦਿਨ ਪਹਿਲਾਂ ਜਿਹੜੀਆਂ ਮਾਨਸਾ ਜ਼ਿਲ੍ਹੇ ਦੀਆਂ 3 ਬੀਬੀਆਂ ਸੀ, ਕਿਸਾਨ ਬੀਬੀਆਂ, ਜਿਨ੍ਹਾਂ ਦੇ ਉੱਤੇ ਇੱਕ ਟਰੱਕ ਜਿਹੜਾ ਉਹ ਜਾ ਚੜਿਆ, ਉਹ ਡਿਵਾਈਡਰ ਨੂੰ ਪਾਰ ਕਰਦਿਆ। ਤਾਂ ਇਸ ਸੰਦਰਭ ਦੇ ਵਿੱਚ ਉਹਨਾਂ ਵੱਲੋਂ, ਸਰਕਾਰ ਵੱਲੋਂ ਇਹ ਯਤਨ ਕੀਤਾ ਗਿਆ ਕਿ ਬੈਰੀਕੇਡ ਜਿਹੜੇ ਉਹ ਖੋਲ੍ਹ ਦਿੱਤੇ ਜਾਣ ਤਾਂ ਜੋ ਰਸਤਾ ਜਿਹੜਾ ਹੈ ਥੋੜ੍ਹਾ ਬਹੁਤਾ ਸੁਖਾਵਾਂ ਰਹੇ ਤੇ ਇਹੋ ਜਿਹਾ ਕੋਈ ਅਣਸੁਖਾਵਾਂ ਹਾਦਸਾ ਜਿਹੜਾ ਨਾ ਵਾਪਰੇ। ਮੈਨੂੰ ਇਸ ਤਰ੍ਹਾਂ ਲੱਗਦਾ ਕਿ ਇਸ ਚੱਕਰ 'ਚ ਹੀ ਸਰਕਾਰ ਨੇ ਇਹ ਜਿਹੜੇ ਬੈਰੀਕੇਡ ਖੋਲ੍ਹਣੇ ਸ਼ੁਰੂ ਕੀਤੇ ਸੀ। ਦੇਰ ਰਾਤ ਟਿੱਕਰੀ ਬਾਰਡਰ ਤੇ ਪੁਲਿਸ ਵੱਲੋਂ ਜਿਹੜਾ ਰਸਤਾ ਸੀ ਉਹ ਹੋਰ ਖੋਲ੍ਹਿਆ ਜਾਣਾ ਸ਼ੁਰੂ ਹੋਇਆ ਤੇ ਜਿਸ ਦਾ ਕਿਸਾਨਾਂ ਵੱਲੋਂ ਵਿਰੋਧ ਜਿਹੜਾ ਉਹ ਕੀਤਾ ਗਿਆ। ਕਿਸਾਨ ਉਸ ਰਸਤੇ ਨੂੰ ਜਿਹੜਾ ਖੋਲ੍ਹਣ ਦੀ ਗੱਲ ਕਰ ਰਹੇ ਆ ਜਾਂ ਪੁਲਿਸ ਨਾਲ ਜਿਹੜੀ ਗੱਲਬਾਤ ਹੋਈ, ਉਹ ਇੱਕ ਸੀਮਤ ਦਾਇਰੇ ਦੇ ਵਿੱਚ ਹੈ ਕਿ ਰਸਤਾ ਜਿਹਦੇ ਵਿੱਚ ਐਂਬੂਲੈਂਸ ਜਾ ਸਕਦੀ ਹੈ ਔਰ ਦੂਜੇ ਪਾਸੇ 2 ਪਹੀਆ ਵਾਹਨ ਜਿਹੜਾ ਉਹ ਆ ਜਾ ਸਕਦਾ। ਕਿਸਾਨਾਂ ਦਾ ਤਰਕ ਇਹ ਸੀ ਕਿ ਜੇਕਰ ਰਸਤਾ 5 ਮੀਟਰ ਤੋਂ ਜ਼ਿਆਦਾ ਖੋਲ੍ਹ ਦਿੰਦੇ ਆ ਤਾਂ ਕੁਦਰਤੀ ਤੌਰ 'ਤੇ ਫਿਰ ਇੱਥੇ ਹੈਵੀ ਵਹੀਕਲਸ ਜਿਹੜੀ ਚੱਲਣਗੇ, ਹੈਵੀ ਵਹੀਕਲ ਦੇ ਲੰਘਣ ਦੇ ਨਾਲ ਕੁਦਰਤੀ ਤੌਰ 'ਤੇ ਕੋਈ ਵੀ ਹਾਦਸਾ ਜਿਸ ਤਰ੍ਹਾਂ ਪਹਿਲਾਂ ਵਾਪਰਿਆ ਉਸ ਤਰੀਕੇ ਦਾ ਹਾਦਸਾ ਉੱਥੇ ਵਾਪਰ ਸਕਦਾ ਹੈ। ਇਹ ਕਿਸਾਨਾਂ ਦਾ ਇਹ ਤਰਕ ਸੀ। ਜਦੋਂ ਕਿ ਪੁਲਿਸ ਜਿਹੜੀ ਸੀ, ਦਿੱਲੀ ਪੁਲਿਸ ਜਿਹੜੀ ਹੈ, ਇਸ ਮੁੱਦੇ ਨੂੰ ਕਿਸੇ ਹੋਰ ਪੱਖ ਤੋਂ ਦੇਖਦੀ ਪਈ ਹੈ ਕਿ ਰਸਤਾ ਜਿਹੜਾ ਉਹ ਖੋਲ੍ਹਿਆ ਜਾਣਾ ਚਾਹੀਦਾ ਤਾਂ ਜੋ ਇਹੋ ਜਿਹੀਆਂ ਘਟਨਾਵਾਂ, ਤੰਗ ਰਸਤਾ ਹੈ
ਤਾਂ ਤੰਗ ਰਸਤੇ 'ਚ ਵੀ ਕੋਈ ਐਂਬੂਲੈਂਸ ਆ ਜਾਂਦੀ ਜਾਂ ਜਿਹੜੇ 2 ਪਹੀਆ ਵਾਹਨ ਨੇ ਉਹਨਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ। ਸੋ ਬੀਤੀ ਰਾਤ ਇਸ ਮੁੱਦੇ ਨੂੰ ਲੈ ਕੇ ਕਿਸਾਨਾਂ ਤੇ ਜਿਹੜੀ ਦਿੱਲੀ ਪੁਲਿਸ ਦਾ ਵਿਚਕਾਰ ਜਿਹੜਾ ਟਕਰਾਓ ਔਰ ਨਾਅਰੇਬਾਜ਼ੀ ਜਿਹੜੀ ਹੋਈ, ਤਾਂ ਅਖੀਰ ਫਿਰ ਜਦੋਂ ਕਿਸਾਨ ਜਥੇਬੰਦੀਆਂ ਵੱਲੋਂ ਜਾਂ ਉੱਥੇ ਜਿਹੜੇ ਕਿਸਾਨ ਸੀ ਸੋਸ਼ਲ ਮੀਡੀਆ ਤੇ ਮੈਸੇਜ ਕਰਕੇ ਉੱਥੇ ਕਿਸਾਨਾਂ ਦੀ ਗਿਣਤੀ ਜਿਹੜੀ ਆ ਬਹੁਤ ਵੱਡੀ ਗਿਣਤੀ ਵਿੱਚ ਬੁਲਾ ਲਈ ਗਈ, ਤਾਂ ਅਖੀਰ ਫਿਰ ਪੁਲਿਸ ਨੂੰ ਆਪਣੀ ਉਸ ਕਾਰਵਾਈ ਤੋਂ ਪਿੱਛੇ ਹਟਣਾ ਪਿਆ ਔਰ ਦੋਵਾਂ ਧਿਰਾਂ ਵਿਚਕਾਰ ਅਜੇ ਜਿਹੜੀ ਕੋਈ ਸਹਿਮਤੀ ਆ ਉਹ ਬਣਦੀ ਨਜ਼ਰ ਨਹੀਂ ਆ ਰਹੀ। ਇਹ ਅੱਜ ਇਸ ਤਰੀਕੇ ਨਾਲ ਕਿਸਾਨ ਜਥੇਬੰਦੀਆਂ ਔਰ ਪੁਲਿਸ ਦੇ ਵਿਚਕਾਰ ਜਿਹੜਾ ਆ ਉਹ ਮੀਟਿੰਗਾਂ ਦਾ ਸਿਲਸਿਲਾ ਇਸ ਮੁੱਦੇ ਨੂੰ ਲੈ ਕੇ ਜਾਰੀ ਰਹੇਗਾ। ਕਿਸਾਨ ਜੋ ਕਹਿੰਦੇ ਨੇ ਕਿ ਅਸੀਂ 5 ਮੀਟਰ ਤੋਂ ਵੱਧ ਜਿਹੜਾ ਦਾਇਰਾ ਆ ਉਹ ਆਪਾਂ ਖੋਲ੍ਹਣ ਨਹੀਂ ਦੇਣਾ, ਜਦੋਂ ਕਿ ਪੁਲਿਸ ਜਿਹੜੀ ਆ ਉਹ ਇਸ ਮੁੱਦੇ ਨੂੰ ਲੈ ਕੇ ਆ ਕਿ ਜੇਕਰ ਇਹ ਦਾਇਰਾ ਹੋਰ ਖੁੱਲ੍ਹਾ ਨਾ ਕੀਤਾ ਗਿਆ ਤਾਂ ਇਹਦੇ ਨਾਲ ਜਿਹੜੇ ਭਿਆਨਕ ਹਾਦਸੇ ਜਿਹੜੇ ਨੇ ਉਹ ਵਾਪਰ ਸਕਦੇ ਆ, ਤੇ ਜਿਸ ਕਾਰਨ ਸਰਕਾਰ ਦੀ ਜਿਹੜੀ ਕਿਰਕਿਰੀ ਹੁੰਦੀ ਆ। ਹੁਣ ਜੇਕਰ ਇੱਕ ਪਾਸੇ ਮਾਨ ਸਾਹਿਬ ਦੇਖਿਆ ਜਾਏ ਕਿ ਪੁਲਿਸ ਦਾ ਤਰਕ ਵੀ ਠੀਕ ਹੈਗਾ, ਪੁਲਿਸ ਨੇ ਹਰ ਹਾਲਤ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਜਿਹੜਾ ਉਹ ਕਾਬੂ ਹੇਠ ਜਾਂ ਠੀਕ ਠਾਕ ਰੱਖਣਾ। ਦੂਜੇ ਪਾਸੇ ਕਿਸਾਨ ਜਥੇਬੰਦੀਆਂ ਵੀ ਨੇ, ਉਹ ਵੀ ਬੀਤੇ 1.5 ਸਾਲ ਤੋਂ ਆਪਣੇ ਹੱਕਾਂ ਦੀ ਖਾਤਰ ਦਿੱਲੀ ਬਾਰਡਰ ਤੇ ਬੈਠੇ ਨੇ, ਆਪਣਾ ਘਰ ਬਾਹਰ ਛੱਡ ਕੇ। ਉਹਨਾਂ ਦਾ ਤਰਕ ਵੀ ਆਪਣੀ ਜਗ੍ਹਾ ਤੇ ਠੀਕ ਆ, ਇਹ ਦੋਵੇਂ ਆਪੋ ਆਪਣੀ ਥਾਂ ਤੇ ਠੀਕ ਨੇ। ਤੇ ਜੇ ਨਹੀਂ ਠੀਕ ਹੈਗਾ ਤਾਂ ਉਹ ਕੇਂਦਰ ਦੀ ਸਰਕਾਰ ਆ ਜਿਹੜੀ ਕਿਸਾਨਾਂ ਦੀ ਉਸ ਸਥਿਤੀ ਨੂੰ ਵੇਖਣ ਤੋਂ ਹੀ ਇਨਕਾਰੀ ਹੋ ਰਹੀ ਆ। ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਇਹਨਾਂ ਕਿਸਾਨਾਂ ਦੀਆਂ ਮੰਗਾਂ ਕੀ ਨੇ ਤੇ ਇਹਨਾਂ ਨੂੰ ਕਿਸ ਤਰੀਕੇ ਨਾਲ ਹੱਲ ਕੀਤਾ ਜਾਵੇ ਤੇ ਹੱਲ ਕਰਕੇ ਇਹਨਾਂ ਵਿਚਾਰਿਆਂ ਨੂੰ ਘਰ ਤੋਰਿਆ ਜਾਵੇ। ਪਰ ਸ਼ਾਇਦ ਸਰਕਾਰ ਦੇ ਮਨਾਂ ਦੇ ਅੰਦਰ ਉਹੋ ਜਿਹੀ ਮਾਨਵਤਾ ਜਾਂ ਉਹੋ ਜਿਹੀ ਇਨਸਾਨੀਅਤ ਜਿਹੜੀ ਹੈ ਉਹ ਮਾਰੀ ਚੁੱਕੀ ਹੈ, ਜਿਸ ਕਾਰਨ ਆਏ ਦਿਨ ਜਿਹੜੇ ਕਿਸਾਨ ਜਿਹੜੇ ਉੱਥੇ ਸ਼ਹੀਦ ਹੋ ਰਹੇ ਆ ਉਹਨਾਂ ਦਾ ਕੋਈ ਸਰਕਾਰ ਨੂੰ ਮਤਲਬ ਨਹੀਂ। ਜੇਕਰ ਕਿਸਾਨ ਬੀਬੀਆਂ ਦੇ ਉੱਤੇ ਕੋਈ ਟਰੱਕ ਚੜ੍ਹ ਜਾਂਦਾ ਤਾਂ ਵੀ ਪ੍ਰਦੇਸ਼ ਦਾ ਪ੍ਰਧਾਨ ਮੰਤਰੀ, ਦੇਸ਼ ਦਾ ਗ੍ਰਹਿ ਮੰਤਰੀ ਇੱਕ ਵੀ ਸ਼ਬਦ ਜਿਹੜਾ ਉਹਨਾਂ ਸੰਬੰਧ ਵਿੱਚ ਨਹੀਂ ਬੋਲਦਾ। ਈਵਨ ਕਿ ਨਵੇਂ ਸਾਡੇ ਜਿਹੜੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਜਿਨ੍ਹਾਂ ਨੂੰ ਭਾਜਪਾ ਦਾ ਪ੍ਰੇਮ ਜਿਹੜਾ ਬੜਾ ਗੂੜਾ ਹੁੰਦਾ ਜਾ ਰਿਹਾ, ਉਹ ਵੀ ਇੱਕ ਸ਼ਬਦ ਜਿਹੜਾ ਉਹ ਨਹੀਂ ਬੋਲਦੇ। ਸੋ ਇਹ ਜਿਹੜਾ ਨਾ ਜ਼ਿੰਮੇਵਾਰੀ ਜਿਹੜੀ ਆ ਉਹਨਾਂ ਦੀ ਹੈ। ਅੱਛਾ, ਤੁਸੀਂ ਪੁਲਿਸ ਦੀ ਜਾਂ ਜਿਹੜਾ ਪ੍ਰਸ਼ਾਸਨ ਹੈ, ਪ੍ਰਸ਼ਾਸਨ ਨੇ ਤਾਂ ਪ੍ਰਸ਼ਾਸਨ ਕੇਵਲ ਔਰ ਕੇਵਲ ਕਿਸਾਨਾਂ ਦਾ ਨਹੀਂ ਆ। ਪ੍ਰਸ਼ਾਸਨ ਦੂਜੇ ਪਾਸੇ ਦਿੱਲੀ ਦੇ ਦੁਆਲੇ ਰਹਿ ਰਹੇ ਲੋਕਾਂ ਵਾਸਤੇ ਵੀ ਉਹਨੇ ਉਹੀ ਕੰਮ ਕਰਨਾ ਜਿਹੜਾ ਕਿਸਾਨਾਂ ਵਾਸਤੇ ਕਰਨਾ। ਤਾਂ ਇਹ ਇੱਕ ਅਲੱਗ ਇਸ਼ੂ ਹੈ। ਪਰ ਲੋੜ ਜਿਹੜੀ ਆ, ਲੋੜ ਉਹਨਾਂ ਮੁੱਦਿਆਂ ਨੂੰ ਲੈ ਕੇ ਹੱਲ ਕਰਨੇ ਕਿ ਜਿਸ ਮੁੱਦੇ ਕਾਰਨ, ਜਿਸ ਵਿਸ਼ੇ ਕਾਰਨ ਇਹ ਜਿਹੜੇ ਬਾਰਡਰ ਸੀਲ ਹੋਏ, ਕਿਸਾਨਾਂ ਨੂੰ ਕਿਉਂ ਉੱਥੇ ਜਾ ਕੇ ਬਹਿਣਾ ਪਿਆ, ਕਿਉਂ ਉੱਥੋਂ ਦੇ ਰਸਤੇ ਜਿਹੜੇ ਉਹ ਬੰਦ ਕਰਨੇ ਪਏ। ਅਸਲ ਇਲਾਜ ਉਹਦਾ ਕਰਨ ਦੀ ਲੋੜ ਹੈਗੀ ਆ, ਨਾ ਕਿ ਬੈਰੀਕੇਡ ਹਟਾਉਣ ਦੀ ਜਾਂ ਰਸਤਾ ਖੁੱਲ੍ਹਾ ਕਰਨ ਦੀ। ਉਹ ਕੋਈ ਇਸ਼ੂ ਨਹੀਂ ਹੈ, ਕਿਉਂਕਿ ਹਰ ਬੰਦੇ ਦੀਆਂ ਆਪੋ ਆਪਣੀਆਂ ਸਮੱਸਿਆਵਾਂ ਨੇ। ਲੋੜ ਜਿਹੜੀ ਹੈ, ਲੋੜ ਇਹੋ ਹੀ ਹੈ ਕਿ ਉਹ ਕਿਸਾਨ ਜਿਹੜੇ 1.5 ਸਾਲਾਂ ਤੋਂ ਉੱਥੇ ਬੈਠੇ ਨੇ ਉਹਨਾਂ ਨੂੰ ਜਿਹੜਾ ਉਹ ਘਰ ਤੋਰਿਆ ਜਾਵੇ। ਰਸਤੇ ਖੁੱਲ੍ਹਣੇ ਚਾਹੀਦੇ ਨੇ, ਬਿਲਕੁਲ ਖੁੱਲ੍ਹਣੇ ਚਾਹੀਦੇ ਨੇ, ਕਿਉਂਕਿ ਜੇਕਰ ਕਿਸਾਨ ਉੱਥੇ ਜਾ ਕੇ ਆਪਣੇ ਹੱਕਾਂ ਦੀ ਖਾਤਰ ਬੈਠੇ ਆ ਤਾਂ ਦੂਜੇ ਪਾਸੇ ਦਿੱਲੀ ਦੀ ਆਸ-ਪਾਸ ਦੀ ਜਿਹੜੀ ਜਨਤਾ ਆ ਉਹ ਵੀ ਉੱਦਾਂ ਆਪਣੇ ਕੰਮਾਂ ਕਾਜਾਂ ਦੇ ਉੱਤੇ ਜਾਣਾ ਹੁੰਦਾ। ਉਹਨਾਂ ਦੇ ਵੀ ਕੋਈ ਹੱਕ ਨੇ, ਹਰ ਬੰਦੇ ਦੇ ਵਿਅਕਤੀ ਦੇ ਹੱਕ ਨੇ, ਪਰ ਇਹਨਾਂ ਹੱਕਾਂ ਦੀ ਜਿਹੜੀ ਪੈਰਵੀ ਆ ਉਹ ਜਿਹੜੀ ਆ ਉਹ ਕੇਂਦਰ ਸਰਕਾਰ ਨੂੰ ਕਰਨੀ ਚਾਹੀਦੀ ਆ, ਨਾ ਕਿ ਪੁਲਿਸ ਪ੍ਰਸ਼ਾਸਨ ਤੇ ਕਿਸਾਨ ਜਥੇਬੰਦੀਆਂ ਆਪਸ ਦੇ ਵਿੱਚ ਆਮੋ ਸਾਹਮਣੇ ਹੋ ਜਾਣ। ਅੱਜ ਦੁਬਾਰਾ ਮੀਟਿੰਗਾਂ ਦਾ ਸਿਲਸਿਲਾ ਜਿਹੜਾ ਜਾਰੀ ਰਹੇਗਾ। ਇਹ ਸਮਝਿਆ ਜਾ ਰਿਹਾ ਕਿ ਇਹਦੇ ਵਿੱਚੋਂ ਕੋਈ ਹੱਲ ਜਿਹੜਾ ਉਹ ਨਿਕਲ ਆਏਗਾ। ਜੀ ਮਾਨ ਸਾਹਿਬ। ਸੋਲਕੀ ਸਰ, ਜਿੱਥੇ ਵੀ ਇੱਕ ਪਾਸੇ ਆਪਾਂ ਦੇਖੀ ਸਰਕਾਰ, ਚਾਹੇ ਦਿੱਲੀ ਸਰਕਾਰ ਹੈ ਜਾਂ ਕੇਂਦਰ ਸਰਕਾਰ ਹੈ, ਕੁਛ ਨਰਮ ਰਵੱਈਆ ਅਖਤਿਆਉਣ ਦੇ ਮੂਡ ਦੇ ਵਿੱਚ ਹੈ। ਬਿਆਨ ਵੀ ਆਪਾਂ ਪਿਛਲੇ ਖਬਰਾਂ ਨਸ਼ਰ ਕੀਤੀਆਂ ਸੀ ਆਪਣੇ ਪ੍ਰੋਗਰਾਮ ਦੇ ਵਿੱਚ, ਵੀ ਬਿਆਨ ਵੀ ਆਉਣੇ ਸ਼ੁਰੂ ਹੋ ਚੁੱਕੇ ਨੇਗੇ ਆਪਣੇ ਬੀਜੇਪੀ ਦੇ ਵੱਡੇ ਆਗੂਆਂ ਦੇ ਵੱਲੋਂ ਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਇਹ ਕਾਲੇ ਕਾਨੂੰਨ ਵਾਪਸ ਵੀ ਲਏ ਜਾ ਸਕਦੇ ਨੇ। ਸਹਿਮਤੀ ਬਣਦੀ ਹੋਈ ਨਜ਼ਰ ਆ ਰਹੀ ਸੀ, ਲੇਕਿਨ ਜਿਵੇਂ ਹੁਣ ਕੱਲ ਵਿਰੋਧ ਕੀਤਾ ਗਿਆ ਰਸਤੇ ਖੋਲਣ ਦਾ, ਤੇ ਦੂਸਰੇ ਪਾਸੇ ਟਕੈਤ ਸਾਹਿਬ ਦਾ ਇੱਕ ਵੱਡਾ ਬਿਆਨ ਆਇਆ ਰਾਕੇਸ਼ ਟਕੈਤ ਜੀ ਦਾ। ਉਹਨਾਂ ਨੇ ਕਿਹਾ ਵੀ ਹੁਣ ਰਸਤੇ ਖੁੱਲ ਗਏ ਨੇ, ਬਾਰਡਰ ਖੁੱਲ ਗਏ ਨੇ, ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੀਆਂ ਜਿਹੜੀਆਂ ਫਸਲਾਂ ਨੇ ਉਹ ਦਿੱਲੀ ਦੇ ਵਿੱਚ ਲੈ ਕੇ ਜਾਵਾਂਗੇ, ਦਿੱਲੀ 'ਚ ਐਂਟਰ ਹੋਵਾਂਗੇ ਤੇ ਪਾਰਲੀਮੈਂਟ ਦੇ ਅੱਗੇ ਜਾ ਕੇ ਫਸਲਾਂ ਵੇਚਾਂਗੇ। ਕਿਵੇਂ ਦੇਖ ਰਹੇ ਹੋ ਵੀ ਸਰਕਾਰ ਦੇ ਜੋ ਰੁਖ ਥੋੜਾ ਨਰਮ ਹੋਇਆ ਸੀ ਰਾਕੇਸ਼ ਟਕੈਤ ਦੇ ਇਸ ਬਿਆਨ ਤੋਂ ਬਾਅਦ, ਰੁਖ ਦੇ ਵਿੱਚ ਕੋਈ ਉਹਨਾਂ ਦੇ ਫਿਰ ਤੋਂ ਸਖਤੀ ਆ ਸਕਦੀ ਹੈ, ਜਾਂ ਇੱਕ ਜ਼ਿੰਮੇਵਾਰਾਨਾ ਬਿਆਨ ਨਹੀਂ ਹੈਗਾ ਰਾਕੇਸ਼ ਟਕੈਤ ਦਾ, ਜਾਂ ਫਿਰ ਤੁਸੀਂ ਇਸ ਬਿਆਨ ਦੇ ਪੱਖ ਵਿੱਚੋਂ ਕਿਵੇਂ ਦੇਖ ਰਹੇ ਹੋ ਰਾਕੇਸ਼ ਟਕੈਤ ਦੇ ਇਸ ਬਿਆਨ ਨੂੰ? ਦੇਖੋ, ਰਾਕੇਸ਼ ਟਕੈਤ ਦੇ ਜਿਹੜੇ ਬਿਆਨ ਨੇ, ਬੀਤੇ ਕੁਝ ਦਿਨ ਤੱਕ ਇਹੋ ਜਿਹੇ ਬਿਆਨ ਅਸੀਂ ਕਹਿ ਸਕਦੇ ਕਿ ਗੈਰ ਜ਼ਿੰਮੇਵਾਰਦਾਨਾ ਆ ਸਕਦੇ। ਕਦੀ ਉਹ ਟਰੈਕਟਰਾਂ ਦੀ ਗੱਲ 'ਚ ਕਹਿ ਦਿੰਦੇ ਨੇ। ਇਹ ਹਾਲਾਂਕਿ ਉਹ ਬੜੇ ਵੱਡੇ ਕਿਸਾਨ ਨੇਤਾ ਨੇ ਔਰ ਉਹਨਾਂ ਦਾ ਜਿਹੜਾ ਵੀ ਕੋਈ ਬਿਆਨ ਹੁੰਦਾ ਲੋਕ ਉਸ ਨੂੰ ਬੜੀ ਗੰਭੀਰਤਾ ਦੇ ਨਾਲ ਵੇਖਦੇ ਆ, ਗੰਭੀਰਤਾ ਦੇ ਨਾਲ ਸੁਣਦੇ ਆ। ਅਜੇ ਅਗਰ ਵੇਖਿਆ ਜਾਏ ਤਾਂ ਨਾ ਤਾਂ ਕਿਸਾਨ ਜਥੇਬੰਦੀਆਂ ਵੱਲੋਂ ਤੇ ਨਾ ਹੀ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਕੇਂਦਰ ਦੀ ਸਰਕਾਰ ਹੈ, ਨਾ ਉਹਨਾਂ ਵੱਲੋਂ ਕੋਈ ਬੈਗਿੰਗ ਦਾ ਰੁਖ ਜਿਹੜਾ ਅਪਣਾਇਆ। ਦੋਵੇਂ ਧਿਰਾਂ ਜਿਹੜੀਆਂ ਆਪੋ ਆਪਣੀ ਥਾਂ ਤੇ ਅਟੱਲ ਨੇ।
ਤਾਂ ਉਹੋ ਜਿਹੇ ਦੌਰ ਦੇ ਵਿੱਚ ਜੇਕਰ ਇਹ ਸਟੇਟਮੈਂਟ ਆਉਂਦੀ ਆਪਣੇ ਰਾਕੇਸ਼ ਟਕੈਤ ਕਿ ਅਸੀਂ ਫਸਲਾਂ ਦਿੱਲੀ ਪਾਰਲੀਮੈਂਟ ਹਾਊਸ ਦੇ ਸਾਹਮਣੇ ਜਾ ਕੇ ਵੇਚਾਂਗੇ ਜਾਂ ਉੱਥੇ ਜਾ ਕੇ ਅਸੀਂ ਗੱਲ ਕਰਾਂਗੇ, ਤਾਂ ਉਹ ਗੱਲ ਦੀ ਕੋਈ ਅਰਥ ਜਿਹੜੇ ਕੋਈ ਰਹਿ ਨਹੀਂ ਜਾਂਦੇ, ਕਿਉਂਕਿ ਫਸਲ ਉੱਥੇ ਕਿਹੜੀ ਜਾ ਕੇ ਆੜ੍ਹਤੀਆਂ ਨੇ ਤੇ ਪਾਰਲੀਮੈਂਟ ਹਾਊਸ ਦੇ ਸਾਹਮਣੇ ਬਹਿਣਾ, ਇਹ ਕੇਵਲ ਇੱਕ ਵਿਰੋਧ ਕਰਨ ਦਾ ਤਰੀਕਾ ਹੈਗਾ। ਉਹ ਠੀਕ ਹੈ, ਰਾਕੇਸ਼ ਟਕੈਤ ਨੇ ਆਪਣੀਆਂ ਫਸਲਾਂ ਚੁੱਕਣਗੇ, 2-2 4-4 ਬੋਰੀਆਂ ਜਾ ਕੇ ਪਾਰਲੀਮੈਂਟ ਹਾਊਸ ਦੇ ਸਾਹਮਣੇ ਲੈ ਜਾਣਗੇ, ਪਰ ਜੇ ਤੁਸੀਂ ਉੱਥੇ ਕਹੋ ਕਿ ਉੱਥੇ ਮੰਡੀ ਲਾਈ ਜਾ ਸਕਦੀ ਹੈ ਜਾਂ ਖਰੀਦੋ ਫਰੋਖਤ ਹੋਏਗੀ, ਇਹੋ ਜਿਹਾ ਕੋਈ ਚੱਕਰ ਨਹੀਂ ਆ। ਇਹ ਕੇਵਲ ਔਰ ਕੇਵਲ ਰਾਕੇਸ਼ ਟਕੈਤ ਦਾ ਇੱਕ ਗੈਰ ਜ਼ਿੰਮੇਦਾਰਾਨਾ ਆਪਾਂ ਬਿਆਨ ਕਹਿ ਸਕਦੇ ਹਾਂ ਕਿ ਜਿਹਦੀ ਕੋਈ ਮਹੱਤਤਾ ਜਿਹੜੀ ਹੈ ਇਸ ਅੰਦੋਲਨ ਦੇ ਵਿੱਚ ਨਹੀਂ ਲੱਗਦੀ। ਦਿੱਲੀ ਦੇ ਬਾਰਡਰ ਖੁੱਲ੍ਹ ਕੇ ਨੇ। ਗੱਲ ਮਾਨ ਸਾਹਿਬ ਇਹ ਆ ਕਿ ਸਰਕਾਰ ਨੂੰ ਔਰ ਕਿਸਾਨਾਂ ਨੂੰ ਇਸ ਮਸਲੇ ਨੂੰ ਹੱਲ ਕਰਨ ਵਾਸਤੇ ਕੋਈ ਵਿਚਕਾਰਲਾ ਰਸਤਾ ਲੱਭਣਾ ਪਏਗਾ। ਜੇਕਰ ਸਰਕਾਰ ਇੱਕ ਕਦਮ ਅੱਗੇ ਵਧਦੀ ਹੈ ਤਾਂ ਕੁਦਰਤੀ ਤੌਰ ਤੇ ਕਿਸਾਨਾਂ ਨੂੰ ਵੀ ਅੱਗੇ ਵਧਣਾ ਚਾਹੀਦਾ। ਪਰ ਹੁਣ ਦੋਵੇਂ ਧਿਰਾਂ ਜਿਹੜੀਆਂ ਨੇ ਉਹ ਆਪੋ ਆਪਣੇ ਸਟੈਂਡ ਤੇ ਕਾਇਮ ਨੇ, ਤੇ ਦੂਜੇ ਪਾਸੇ ਇਹੋ ਜਿਹੇ ਜਿਹੜੇ ਬਿਆਨ ਆਉਂਦੇ ਨੇ ਇਹ ਬਾਦੀ ਤੇ ਤੇਲ ਪਾਉਂਦੇ ਆ। ਹੋਰ ਦਿੱਲੀ ਦੇ ਵਿੱਚ ਬਾਰਡਰਾਂ ਦੇ ਉੱਤੇ ਜਿਹੜੀ ਬੀਤੇ ਨਾਲ ਲਖਵੀਰ ਦੀ ਘਟਨਾ ਹੋਈ, ਉਹ ਘਟਨਾ ਨਾਲ ਵੀ ਸੰਬੰਧ ਤੁਸੀਂ ਵੇਖ ਲਓ ਕਿ ਉਹ ਅੰਦੋਲਨ ਕਿੱਧਰ ਦਾ ਕਿੱਧਰ ਨੂੰ ਜਾ ਰਿਹਾ। ਤੇ ਜੇਕਰ ਕਿਸਾਨ ਜਥੇਬੰਦੀਆਂ ਮਾਫ ਕਰਦਾ, ਜੇਕਰ ਕੇਂਦਰ ਸਰਕਾਰ ਉਹਨਾਂ ਕਾਨੂੰਨਾਂ 'ਚ ਸੋਧ ਕਰਨ ਨੂੰ ਤਿਆਰ ਆ ਕਿ ਉਹ ਕਿਸਾਨਾਂ ਨੂੰ ਜਿਸ ਤਰ੍ਹਾਂ ਖਬਰਾਂ ਪਹੁੰਚਦੀਆਂ ਨੇ ਕਿ ਉਹ ਸਰਕਾਰ ਕਹਿੰਦੀ ਆ ਕਿ ਤੁਸੀਂ ਜਿਹੜੀ ਮਰਜ਼ੀ ਸੋਧ ਕਰਾਓ, ਅਸੀਂ ਕਰਨ ਨੂੰ ਤਿਆਰ ਆ। ਦੂਜੇ ਪਾਸੇ ਕਿਸਾਨ ਜਥੇਬੰਦੀਆਂ ਕਿ ਨਹੀਂ, ਸੋਧ ਨਹੀਂ, ਅਸੀਂ ਬਿੱਲ ਹੀ ਰੱਦ ਕਰਾਉਣਾ, ਇਹ ਤਾਂ ਫਿਰ ਕੋਈ ਇਸ਼ੂ ਨਾ ਹੋਇਆ। ਇਹ ਤਾਂ ਫਿਰ ਮੁੱਦੇ ਨੂੰ ਹੱਲ ਕਰਨ ਵਾਲੀ ਗੱਲ ਨਹੀਂ, ਇਹ ਕੇਵਲ ਜਾਂ ਤਾਂ ਫਿਰ ਜਿਹਦੇ ਆ ਤੇ ਜਾਂ ਫਿਰ ਇਹ ਸਿਆਸਤ ਹੋ ਰਹੀ ਹੈ। ਹੁਣ ਕੈਪਟਨ ਅਮਰਿੰਦਰ ਸਿੰਘ ਬਾਰ-ਬਾਰ ਇਹ ਗੱਲ ਕਹਿੰਦੇ ਕਿ ਕਿਸਾਨ ਸਮੱਸਿਆ ਜਿਹੜਾ ਕਿਸਾਨ ਅੰਦੋਲਨ ਆ ਇਹਦਾ ਹੱਲ ਮੇਰੇ ਕੋਲ ਹੈਗਾ, ਇਹਦਾ ਹੱਲ ਮੇਰੇ ਕੋਲ ਹੈਗਾ। ਇਸ ਦਾ ਮਤਲਬ ਇਹ ਆ ਕਿ ਜਦੋਂ ਤੁਸੀਂ ਪੰਜਾਬ ਦੇ ਸਾਬਕਾ ਜਦੋਂ ਮੁੱਖ ਮੰਤਰੀ ਸੀ, ਹੱਲ ਉਸ ਵਕਤ ਵੀ ਮੌਜੂਦ ਸੀ, ਉਦੋਂ ਤੋਂ ਹੀ ਹੱਲ ਕਿਉਂ ਨਾ ਕੱਢਿਆ? ਜਾਂ ਤੁਸੀਂ ਇਸੇ ਡੀਕ ਦੇ ਵਿੱਚ ਹੀ ਕਿ ਤੁਹਾਨੂੰ ਇੱਥੋਂ ਪਾਰਟੀ ਤੋਂ ਬਾਹਰ ਕੀਤਾ ਜਾਏਗਾ, ਤੁਸੀਂ ਕਿਸਾਨਾਂ ਦਾ ਹੱਲ ਕਰੋ। ਇਸ ਦੇ ਅਰਥ ਇਹ ਵੀ ਜਾਂਦੇ ਨੇ ਕਿ ਇਹ ਕਿਤੇ ਅੰਦੋਲਨ ਜਿਹੜਾ ਹੈ ਕੈਪਟਨ ਸਪਾਂਸਰ ਅੰਦੋਲਨ ਤਾਂ ਨਹੀਂ ਕਿ ਕੈਪਟਨ ਵੱਲੋਂ ਇਹ ਅੰਦੋਲਨ ਸਾਰਾ ਸਪਾਂਸਰ ਕੀਤਾ ਗਿਆ ਹੋਵੇ। ਇਹ ਵੀ ਹੋ ਸਕਦਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਤੇ ਜਿਹੇ ਬਿਆਨ ਆਉਂਦੇ ਆ, ਹਾਲਾਂਕਿ ਇਹਨਾਂ ਦੇ ਵਿੱਚ ਹੁਣ ਸੱਚਾਈ ਨਹੀਂ ਆ, ਪਰ ਜਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਬੀਤੇ ਦੌਰ 'ਚ ਇਸ ਕਿਸਾਨੀ ਅੰਦੋਲਨ ਦੇ ਸੰਬੰਧ ਦੇ ਵਿੱਚ ਬਿਆਨਬਾਜ਼ੀ ਕਰਦੇ ਰਹੇ ਆ, ਇਹਦੇ ਹੱਕ 'ਚ ਨਿੱਤਰਦੇ ਰਹੇ ਆ, ਤਾਂ ਇਹ ਸ਼ੱਕ ਜ਼ਰੂਰ ਜਾਂਦਾ। ਜਿਵੇਂ ਮਨੋਹਰ ਲਾਲ ਖੱਟਰ ਦੀ ਸਰਕਾਰ ਨੇ ਕਿਹਾ ਸੀ ਕਿ ਇਹ ਅੰਦੋਲਨ ਕਾਂਗਰਸ ਵੱਲੋਂ ਸ਼ੁਰੂ ਕੀਤਾ ਗਿਆ, ਕੈਪਟਨ ਵੱਲੋਂ ਸ਼ੁਰੂ ਕੀਤਾ, ਤਾਂ ਕੈਪਟਨ ਸਾਹਿਬ ਬੜੀਆਂ ਦਵਥਰਾਂ ਮਾਰ ਕੇ ਇਹਨਾਂ ਕਿਸਾਨਾਂ ਦੇ ਹੱਕ ਦੇ ਵਿੱਚ ਭੁਗਤਦੇ ਰਹੇ ਆ। ਅੱਜ ਉਹ ਇਹ ਨਹੀਂ ਗੱਲ ਕਹਿ ਰਹੇ ਕਿ ਮੇਰੇ ਕੋਲ ਇਸ ਦਾ ਹੱਲ ਹੈਗਾ, ਮੈਂ ਹੱਲ ਕਰਾ ਸਕਦਾ। ਤੇ ਦੂਜੇ ਪਾਸੇ ਰਾਕੇਸ਼ ਟਕੈਤ ਇਹ ਬਿਆਨ ਕਿ ਅਸੀਂ ਜਾ ਕੇ ਫਸਲਾਂ ਜਿਹੜੀਆਂ ਪਾਰਲੀਮੈਂਟ ਹਾਊਸ ਤੇ ਵੇਚਾਂਗੇ, ਇਹ ਕੋਈ ਵੀ ਬਿਆਨ ਜਿਹੜੇ ਨੇ ਇਹ ਆਪਸ ਦੇ ਵਿੱਚ ਮੇਲ ਨਹੀਂ ਖਾਂਦੇ। ਇਹ ਕੇਵਲ ਔਰ ਕੇਵਲ ਸਥਿਤੀਆਂ ਨੂੰ ਇਹ ਹੋਰ ਅਸੀਂ ਕਹਿ ਸਕਦੇ ਹਾਂ ਕਿ ਖਰਾਬ ਕਰਨ ਵਾਲੀ ਜਿਹੜੀ ਗੱਲ ਹੈਗੀ ਆ। ਹੁਣ ਮਾਨ ਸਾਹਿਬ ਬਹੁਤ ਦੇਰ ਹੋ ਚੁੱਕੀ ਹੈ, 1.5 ਸਾਲ ਹੋ ਚੁੱਕਾ ਕਿਸਾਨਾਂ ਨੂੰ ਉੱਥੇ ਬਾਰਡਰ ਤੇ ਬੈਠੇ ਆ। ਇਹਨਾਂ ਦਾ ਜਿਹੜਾ ਹੱਲ ਆ ਉਹ ਜ਼ਰੂਰ ਨਿਕਲਣਾ ਚਾਹੀਦਾ, ਤੇ ਹੱਲ ਜਿਹੜਾ ਉਹ ਕਿਸੇ ਵਿਚਕਾਰਲਾ ਰਸਤਾ ਹੀ ਅਪਣਾ ਕੇ ਨਿਕਲੇਗਾ। ਤੇ ਜੇਕਰ ਕਿਸਾਨ ਆਪਣੀਆਂ ਮੰਗਾਂ ਤੇ ਅੜੇ ਰਹੇ ਕਿ ਕਾਨੂੰਨ ਅਸੀਂ ਰੱਦ ਹੀ ਕਰਾਉਣੇ ਆ, MSP ਹੀ ਕਰਾਉਣੀ ਆ, ਠੀਕ ਹੈ, ਫਿਰ ਹੋਰ ਉੱਥੇ ਸਾਲ ਜਾਂ 2 ਸਾਲ ਬੈਠੇ ਰਹਿਣ ਕਿ ਨਾ ਕੋਈ ਸਰਕਾਰ ਨੂੰ ਫਰਕ ਪੈਣਾ, ਪਰ ਕਿਸਾਨਾਂ ਨੂੰ ਜਿਹੜਾ ਜ਼ਰੂਰ ਫਰਕ ਪਏਗਾ। ਇਹ ਜਿਹੜਾ ਕਿਉਂਕਿ ਜਿਉਂ ਕੋਈ ਵੀ ਅੰਦੋਲਨ ਲੰਮਾ ਹੋਵੇਗਾ ਉਸ ਦੀ ਜਿਹੜੀ ਆਪਣੀ ਗਰਮਾ ਆ ਉਹ ਘਟਦੀ ਜਾਂਦੀ। ਕਿਸਾਨ ਅੰਦੋਲਨ ਜਦੋਂ ਸ਼ੁਰੂ ਹੋਇਆ ਸੀ ਉਦੋਂ ਦੇਖੋ ਤਾਂ ਅੱਜ ਦੀ ਤਰੀਕ 'ਚ ਵੇਖੋ, ਬੇਸ਼ੱਕ ਬਿਆਨਬਾਜ਼ੀ ਕੀਤੀ ਜਾ ਸਕਦੀ ਹੈ ਕਿ ਨਹੀਂ ਜੀ ਉੱਥੇ ਕਿਸਾਨਾਂ ਦਾ ਜੋਸ਼ ਠੰਡਾ ਨਹੀਂ ਪਿਆ, ਇੱਦਾਂ ਨਹੀਂ ਹੋਇਆ, ਪਰ ਅਸਲੀਅਤ ਦੇ ਵਿੱਚ ਕਿਸਾਨ ਜਿਹੜੇ ਥੱਕ ਚੁੱਕੇ ਆ, ਥੱਕੇ ਮਹਿਸੂਸ ਹੁੰਦੇ ਆ, ਉਹਨਾਂ ਦੀ ਗੱਲ ਸੁਣਨ ਨੂੰ ਕੋਈ ਤਿਆਰ ਨਹੀਂ। ਤਾਂ ਵਿਚਕਾਰ ਦਾ ਰਸਤਾ ਜਿਹੜਾ ਉਹ ਕੱਢਿਆ ਜਾਣਾ ਚਾਹੀਦਾ। ਬਾਕੀ ਉੱਥੇ 32 ਜਥੇਬੰਦੀਆਂ ਨੇ, 32 ਪ੍ਰਧਾਨ ਨੇ, ਤਾਂ ਪ੍ਰਧਾਨ ਤਾਂ ਇੱਕ ਦੀ ਮਾਨ ਹੁੰਦਾ, ਉਹ 32 ਪ੍ਰਧਾਨਾਂ ਦੀ ਗੱਲ ਜਿਹੜੀ ਕਿਸ ਤਰੀਕੇ ਨਾਲ ਇੱਕ ਸਾਂਝੇ ਪਲੇਟਫਾਰਮ ਤੇ ਆ ਸਕਦੀ। ਸੋ ਇਹਦੇ ਵਾਸਤੇ ਜਿਹੜਾ ਰਾਕੇਸ਼ ਟਕੈਤ ਦਾ ਬਿਆਨ ਗੱਲ ਅਸੀਂ ਉਹਦੀ ਗੱਲ ਕਰ ਰਹੇ ਸਾਂ ਕਿ ਉਹ ਬਿਆਨ ਕੇਵਲ ਔਰ ਕੇਵਲ ਗੈਰ ਜ਼ਿੰਮੇਵਾਰਾਨਾ ਬਿਆਨ ਹੈਗਾ। ਜੇਕਰ ਕੋਈ 1 ਜਾਂ 2 ਪ੍ਰਧਾਨ ਹੋਣ ਫਿਰ ਤਾਂ ਗੱਲ ਹੋ ਸਕਦੀ ਹੈ, ਦੂਜੇ ਪ੍ਰਧਾਨ ਰਾਜੇਵਾਲ ਹੁਣ ਕੱਲ ਨੂੰ ਹੋਰ ਬਿਆਨ ਦੇ ਦੇਣੇ, ਗੁਰਨਾਮ ਸਿੰਘ ਚੂਟਨੀ ਹੋਰ ਕੋਈ ਬਿਆਨ ਦੇ ਦੂਗਾ, ਤਾਂ ਫਿਰ ਕੀ ਹੈ? ਫਿਰ ਸਥਿਤੀਆਂ ਇਹੋ ਰਹਿਣਗੀਆਂ। ਜ਼ਰੂਰੀ ਹੈ ਕਿ ਇਸ ਮਸਲੇ ਦਾ ਕੋਈ ਤਰਕਸੰਗਤ ਦੇ ਆਧਾਰ ਤੇ ਇਹਦਾ ਜਿਹੜਾ ਆ ਇਲਾਜ ਕੀਤਾ ਜਾਵੇ। ਜੀ ਹੁਣ ਕੀ ਸਾਹਿਬ, ਹੁਣ ਆਪਾਂ ਤੀਸਰੀ ਖਬਰ ਵੱਲ ਆਈਏ ਜੋ ਕਿ ਬਹੁਤ ਅਹਿਮ ਖਬਰ ਹੈ ਪੰਜਾਬ ਦੀ ਰਾਜਨੀਤੀ ਨੂੰ ਲੈ ਕੇ। ਜਿਵੇਂ ਕਿ ਪਿਛਲੇ ਦਿਨ ਦੇ ਵਿੱਚ ਰਾਹੁਲ ਗਾਂਧੀ ਨੇ ਨਵਜੋਤ ਸਿੰਘ ਸਿੱਧੂ ਨੂੰ ਬੁਲਾਇਆ ਸੀ ਦਿੱਲੀ, ਉਹਨਾਂ ਦੀਆਂ ਜੋ ਸਾਰੇ ਮੁੱਦਿਆਂ ਦੀ ਗੱਲ ਕਰਨ ਵਾਸਤੇ ਵੀ ਮੁੱਦੇ ਕਿਵੇਂ ਸੁਲਝਾ ਸਕਦੇ ਨੇ, ਕਿਉਂਕਿ ਜਿੱਥੇ ਮੁੱਦਿਆਂ ਦੀ ਲੜਾਈ ਕੈਪਟਨ ਅਮਰਿੰਦਰ ਸਿੰਘ ਦੇ ਵਿਰੁੱਧ ਲੜੀ ਗਈ ਸੀ, ਨਵਜੋਤ ਸਿੰਘ ਸਿੱਧੂ ਤਿੱਖੇ ਹਮਲੇ ਹੁੰਦੇ ਸੀ, ਉਦੋਂ ਉਹੀ ਹਮਲੇ ਜੋ CM ਬਦਲਿਆ ਪੰਜਾਬ ਦਾ, ਹਮਲੇ ਉਸ ਤਰ੍ਹਾਂ ਹੀ ਨੇ, ਲੇਕਿਨ ਹੁਣ ਟਾਰਗੇਟ ਬਦਲ ਗਿਆ। ਪਹਿਲਾਂ ਕੈਪਟਨ ਅਮਰਿੰਦਰ ਸਿੰਘ, ਹੁਣ CM ਚੰਨੀ। ਨਵਜੋਤ ਸਿੰਘ ਸਿੱਧੂ ਦੇ ਤੇਵਰਾਂ 'ਚ ਕੋਈ ਫਰਕ ਨਹੀਂ ਹੋਇਆ, ਭਾਵੇਂ ਕਿ ਰਾਹੁਲ ਗਾਂਧੀ ਦੇ ਨਾਲ ਮੀਟਿੰਗ ਤੋਂ ਬਾਅਦ ਉਹਨਾਂ ਨੇ ਕਹਿਤਾ ਸੀ ਵੀ ਸਾਰਾ ਕੁਝ ਸੌਰਟ ਆਊਟ ਹੋ ਚੁੱਕਿਆ ਹੈਗਾ, ਲੇਕਿਨ ਉਸ ਤੋਂ ਬਾਅਦ ਫਿਰ ਉਹਨਾਂ ਦੇ ਤੇਵਰ ਬਦਲੇ ਨਹੀਂ। ਉਹ ਲੈਟਰ ਤੋਂ ਲੈਟਰ, ਚਿੱਠੀਆਂ ਦੇ ਚਿੱਠੀਆਂ ਸੈਂਟਰ ਨੂੰ ਦਿੰਦੇ ਰਹੇ ਨੇ,
बार-बार हाई कमान ਦੇ ਵੱਲੋਂ ਵੀ ਪੰਜਾਬ ਦੇ ਲੀਡਰਾਂ ਨੂੰ ਦਿੱਲੀ ਬੁਲਾਇਆ ਜਾ ਰਿਹਾ ਹੈ। ਸੋ ਹੁਣ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਵੀ ਇਹਨਾਂ ਦੇ ਤੇਵਰਾਂ ਨੂੰ ਦੇਖਦੇ ਹੋਏ, ਨਵਜੋਤ ਸਿੰਘ ਸਿੱਧੂ ਦੇ ਤੇਵਰਾਂ ਨੂੰ ਦੇਖਦੇ ਹੋਏ ਹਾਈ ਕਮਾਨ ਦੇ ਵੱਲੋਂ ਇੱਕ ਵੱਡੀ ਪਾਵਰ, ਵੱਡੀਆਂ ਪਾਵਰਾਂ ਕਹਿ ਸਕਦੇ ਆਪਾਂ ਚਰਨਜੀਤ ਸਿੰਘ ਚੰਨੀ ਨੂੰ ਦਿੱਤੇ ਗਏ ਨੇ। ਹੁਣ ਉਹਨਾਂ ਵੱਲੋਂ ਬਿਆਨ ਆਇਆ ਵੀ ਜਿਹੜਾ ਅਗਲਾ ਰੋਡ ਮੈਪ ਆ 2022 ਦੇ ਚੋਣਾਂ ਦਾ ਉਹ ਚਰਨਜੀਤ ਸਿੰਘ ਚੰਨੀ ਤੈਅ ਕਰਨਗੇ। ਭਾਵ ਰੋਡ ਮੈਪ ਦੀ ਹੁਣ ਜ਼ਿੰਮੇਵਾਰੀ ਹਾਈ ਕਮਾਨ ਦੇ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਦੇ ਦਿੱਤੀ ਗਈ ਹੈ। ਭਾਵੇਂ ਕਿ ਇਹ ਜ਼ਿੰਮੇਵਾਰੀ ਬਣਦੀ ਸੀ ਨਵਜੋਤ ਸਿੰਘ ਸਿੱਧੂ ਦੀ ਵੀ ਰੋਡ ਮੈਪ ਉਹ ਤਿਆਰ ਕਰਨਗੇ ਕਿਉਂਕਿ ਉਹ ਕਾਂਗਰਸ ਪ੍ਰਧਾਨ ਨੇ। ਲੇਕਿਨ ਵੱਡਾ ਬਿਆਨ ਹਾਈ ਕਮਾਨ ਦੇ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਸਾਈਡ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਕੀ ਦੇਖ ਰਹੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਨਵਜੋਤ ਸਿੰਘ ਸਿੱਧੂ ਤੇਵਰ ਨਾ ਬਦਲੇ, ਜਿਵੇਂ ਹੁਣ ਰੋਡ ਮੈਪ ਦੀ ਤਿਆਰੀ ਦੀ ਸਾਰੀ ਜ਼ਿੰਮੇਵਾਰੀ ਚਰਨਜੀਤ ਸਿੰਘ ਚੰਨੀ ਤੇ ਹੋਰ ਵੱਡੀਆਂ ਜ਼ਿੰਮੇਵਾਰੀਆਂ ਵੀ ਚਰਨਜੀਤ ਸਿੰਘ ਚੰਨੀ ਨੂੰ ਹਾਈ ਕਮਾਨ ਦੇ ਵੱਲੋਂ ਦੇ ਦਿੱਤੇ ਜਾ ਸਕਦੇ ਨੇ ਜੇਕਰ ਨਵਜੋਤ ਸਿੰਘ ਸਿੱਧੂ ਦੇ ਤੇਵਰ ਬਦਲੇ ਨਾ, ਆਪਣੇ ਤੇਵਰ ਨਾ ਬਦਲੇ ਉਹਨਾਂ ਨੇ। ਕਿਵੇਂ ਦੇਖ ਰਹੇ ਹੋ ਕਿ ਹੁਣ ਉਹ ਹਸ਼ਰ ਹੁਣ ਨਵਜੋਤ ਸਿੰਘ ਸਿੱਧੂ ਦਾ ਹੋਣ ਵਾਲਾ ਤਾਂ ਨਹੀਂ ਕਾਂਗਰਸ ਵਿੱਚ ਜੋ ਪਹਿਲਾਂ ਕੁਝ ਬੀਤੇ ਟਾਈਮ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਹੋਇਆ, ਕਿਉਂਕਿ ਹੁਣ ਕਾਂਗਰਸ ਹਾਈ ਕਮਾਨ ਵੀ ਅੱਕ ਚੁੱਕੀ ਹੈ ਉਹਨਾਂ ਦੇ ਰਵੱਈਏ ਤੋਂ। ਲਗਾਤਾਰ ਵਿਰੋਧ ਚੋਣਾਂ ਸਿਰ ਤੇ ਨੇ, ਲੇਕਿਨ ਉਹ ਆਪਣੀ ਹੀ ਸਰਕਾਰ ਨੂੰ ਭੰਡਣ ਦੇ ਵਿੱਚ ਲੱਗੇ ਹੋਏ ਨੇ। ਕਿਵੇਂ ਦੇਖ ਰਹੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਪਰਿਸਥਿਤੀਆਂ ਪੰਜਾਬ ਦੀਆਂ ਕੀ ਹੋਣਗੀਆਂ? ਨਵਜੋਤ ਸਿੰਘ ਸਿੱਧੂ ਦੀ ਸਥਿਤੀ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਦੇ ਵਿੱਚ ਕਿਸ ਤਰ੍ਹਾਂ ਦੀ ਹੋਈ? ਦੇਖੋ, ਜਿੱਥੇ ਰੋਡ ਮੈਪ ਬਣਾਉਣ ਦੀ ਜਿਹੜੀ ਜ਼ਿੰਮੇਵਾਰੀ ਹੈ ਚਰਨਜੀਤ ਸਿੰਘ ਚੰਨੀ ਨੂੰ ਦੇ ਦਿੱਤੀ ਗਈ ਹੈ, ਉਥੋਂ ਸੂਤਰਾਂ ਤੋਂ ਇਹ ਵੀ ਖਬਰਾਂ ਜਿਹੜੀਆਂ ਸਾਡੇ ਤੱਕ ਪਹੁੰਚੀਆਂ ਨੇ ਕਿ ਕਾਂਗਰਸ ਹਾਈਕਮਾਨ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਮਨਾਉਣ ਦੇ ਯਤਨਾਂ ਦੇ ਵਿੱਚ ਹੈਗੀ ਹੈ। ਕਿਉਂਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਹੋਣੀ ਮੰਨ ਜਾਂਦੇ ਆ ਤਾਂ ਫਿਰ ਸਥਿਤੀਆਂ ਕੁਝ ਹੋਰ ਹੋਣਗੀਆਂ। ਬਿਲਕੁਲ ਤੁਸੀਂ ਠੀਕ ਗੱਲ ਕੀਤੀ ਕਿ ਕਾਂਗਰਸ ਹਾਈਕਮਾਨ ਕੈਪਟਨ ਨਵਜੋਤ ਸਿੰਘ ਸਿੱਧੂ ਦੇ ਰਵੱਈਏ ਤੋਂ ਅੱਕ ਚੁੱਕੀ ਹੈ। ਰੋਜ਼ ਚਿੱਠੀਆਂ, ਜਨਤਕ ਚਿੱਠੀਆਂ ਕਰਦੀਆਂ, ਆਪਣੀ ਹੀ ਮੁੱਦਿਆਂ ਤੇ ਸਰਕਾਰ ਨੂੰ ਘੇਰਨਾ, ਮੁੱਦਿਆਂ ਤੇ ਘੇਰ ਕੇ ਆਪਣੀ ਹੀ ਸਰਕਾਰ ਨੂੰ ਘੇਰਨਾ ਤੇ ਸਰਕਾਰ ਦੀ ਕਿਰਕਿਰੀ ਕਰਾਉਣੀ ਔਰ ਬਾਰ-ਬਾਰ ਹਾਈਕਮਾਨ ਦੇ ਅੱਗੇ ਇਹੋ ਜਿਹੀਆਂ ਸਥਿਤੀਆਂ ਪੈਦਾ ਕਰ ਦੇਣੀਆਂ ਕਿ ਜਿਹਦੇ ਵਿੱਚ ਹਾਈਕਮਾਨ ਕੋਈ ਵੀ ਫੈਸਲਾ ਲੈਣ ਲੱਗਿਆ ਉਹਨੂੰ ਮਜਬੂਰ ਹੋਣਾ ਪਵੇ, ਕੋਈ ਸਖਤ ਫੈਸਲਾ ਲੈਣ ਲੱਗਿਆ। ਔਰ ਵੱਡੀ ਗੱਲ ਮਾਨ ਸਾਹਿਬ ਇਹ ਹੈ ਕਿ ਅੱਜ ਦੀ ਤਰੀਕ ਦੇ ਵਿੱਚ ਨਵਜੋਤ ਸਿੱਧੂ ਅਗਰ ਵੇਖਿਆ ਜਾਵੇ ਤਾਂ ਪੰਜਾਬ ਦੀ ਕਾਂਗਰਸ ਸਿਆਸਤ ਦੇ ਵਿੱਚ ਹੀ ਬਿਲਕੁਲ ਪੂਰਨ ਤੌਰ ਤੇ ਇਕੱਲੇ ਰਹਿ ਚੁੱਕੇ ਆ ਜਾਂ ਅਲੱਗ ਥਲੱਗ ਪੈ ਚੁੱਕੇ ਆ। ਉਹਨਾਂ ਦੀ ਗੱਲ ਨੂੰ ਨਾ ਤਾਂ ਹੁਣ ਕੋਈ ਮੰਤਰੀ, ਨਾ ਮੁੱਖ ਮੰਤਰੀ ਕੋਈ ਪਹਿਲ ਦਿੰਦਾ ਤੇ ਨਾ ਹੀ ਉਹਦੇ ਸੰਬੰਧੀ ਕੋਈ ਪ੍ਰਤੀਕਰਮ ਦਿੰਦਾ। ਹਾਂ, ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੱਧੂ ਨੂੰ ਆੜੇ ਹੱਥੀ ਜ਼ਰੂਰ ਲੈਂਦਾ, ਉਹ ਆਪਣੇ ਰਡਾਰ ਤੇ ਜ਼ਰੂਰ ਨਿਸ਼ਾਨੇ ਉਹਦੇ ਮਿੱਥਦੇ ਨੇ। ਦੂਜੇ ਪਾਸੇ ਕੈਪਟਨ ਅਮਰਿੰਦਰ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਦੇ ਰਵੱਈਏ 'ਚ ਕੋਈ ਕਮੀ ਨਹੀਂ ਆਈ। ਜੇਕਰ ਉਹ ਕਾਂਗਰਸ ਹਾਈਕਮਾਨ ਨੂੰ ਮਿਲ ਕੇ ਆਉਂਦੇ ਉੱਥੇ ਦਿੱਲੀ 'ਚ ਰਾਹੁਲ ਗਾਂਧੀ ਜਾਂ ਪ੍ਰਿਅੰਕਾ ਗਾਂਧੀ ਦੇ ਹੱਕ 'ਚ ਬੋਲਦੇ ਆ ਤਾਂ ਪੰਜਾਬ ਅੰਬਾਲਾ ਟੱਪਦਿਆਂ ਸਾਰੀ ਉਹ ਕੋਈ ਚਿੱਠੀ ਇਹੋ ਜਿਹੀ ਜਨਤਾ ਕਰ ਦਿੰਦੇ ਆ ਜਿਹੜੀ ਹਾਈਕਮਾਨ ਦੀ ਆਪਸੀ ਮੀਟਿੰਗ ਦੀ ਹੋਈ ਹੁੰਦੀ ਹੈ। ਤਾਂ ਬੀਤੇ ਸਮੇਂ 'ਚ ਇਹੋ ਜਿਹੀਆਂ ਜਿਹੜੀਆਂ ਗਤੀਵਿਧੀਆਂ ਔਰ ਸਭ ਤੋਂ ਵੱਡੀ ਗਤੀਵਿਧੀ ਜਿਹੜੀ ਸੀ ਜਦੋਂ ਨਵਜੋਤ ਸਿੰਘ ਸਿੱਧੂ ਵੱਲੋਂ ਆਪਣਾ ਅਸਤੀਫਾ ਦੇ ਦਿੱਤਾ ਗਿਆ ਤਾਂ ਇਹ ਦੋ ਚਾਰ ਚੀਜ਼ਾਂ ਜਿਹੜੀਆਂ ਨੇ ਔਰ ਉਹ ਨਵਜੋਤ ਸਿੱਧੂ ਦਾ ਰਵੱਈਆ ਇਹ ਕਾਂਗਰਸ ਹਾਈਕਮਾਨ ਨੂੰ ਸਿਖਾਵਾਂ ਜਿਹੜਾ ਨਹੀਂ ਲੱਗ ਰਿਹਾ। ਦੂਜੇ ਪਾਸੇ ਕਾਂਗਰਸ ਹਾਈਕਮਾਨ ਅੱਜ ਕੱਲ੍ਹ ਆਪਣੇ ਆਪ ਨੂੰ ਇੱਕ ਸਖਤ ਅਨੁਸ਼ਾਸਨ ਵਿੱਚ ਅਨੁਸ਼ਾਸਨਬੱਧ ਪਾਰਟੀ ਪੇਸ਼ ਕਰਨ ਦੇ ਰੂਪ ਦੇ ਵਿੱਚ ਹੈਗੀ ਹੈ। ਸੋਨੀਆ ਗਾਂਧੀ ਵੱਲੋਂ ਵੀ ਇਹ ਬਾਰ-ਬਾਰ ਕਹਿਤਾ ਗਿਆ ਕਿ ਕੋਈ ਬੰਦਾ ਮੀਡੀਆ ਨਾਲ ਗੱਲ ਨਹੀਂ ਕਰੂਗਾ, ਜਿਹੜੀ ਵੀ ਕੋਈ ਗੱਲ ਕਰਨੀ ਮੇਰੇ ਤੱਕ ਆਣ ਕੇ ਸਿੱਧੀ ਕੀਤੀ ਜਾਵੇ। ਤਾਂ ਹੁਣ ਜਿਸ ਤਰੀਕੇ ਨਾਲ ਰਾਹੁਲ ਗਾਂਧੀ ਨੇ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਰੋਡ ਮੈਪ ਬਣਾਉਣ ਦੀ ਜੋ 2022 ਦੀਆਂ ਚੋਣਾਂ ਕਰਾਉਣ ਦਾ ਰੋਡ ਮੈਪ ਤਿਆਰ ਕਰਨ ਦੀ ਹਦਾਇਤ ਜਿਹੜੀ ਡਿਊਟੀ ਲਗਾ ਦਿੱਤੀ ਗਈ ਆ ਔਰ ਦੂਜੇ ਪਾਸੇ ਜਿਹੜੀਆਂ ਕਨਸੋਵਾਂ ਇਹ ਮਿਲਦੀਆਂ ਪਈਆਂ ਨੇ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕਾਂਗਰਸ ਜਿਹੜੀ ਉਹ ਮਨਾ ਸਕਦੀ ਹੈ, ਤਾਂ ਫਿਰ ਇਹਦੇ ਸੰਦਰਭ 'ਚ ਤਾਂ ਇਹ ਸਾਫ਼ ਆ ਕਿ ਆਉਂਦਿਆਂ ਦਿਨਾਂ ਦੇ ਵਿੱਚ ਨਵਜੋਤ ਸਿੱਧੂ ਨੂੰ ਕੋਈ ਤਗੜਾ ਝਟਕਾ ਜਿਹੜਾ ਕਾਂਗਰਸ ਹਾਈਕਮਾਨ ਦੇ ਸਕਦੀ ਹੈ ਜੇਕਰ ਨਵਜੋਤ ਸਿੱਧੂ ਨੇ ਆਪਣੇ ਰਵੱਈਏ ਨੂੰ ਨਾ ਬਦਲਿਆ। ਪਰ ਉਸਦੀ ਆਦਤ ਆ ਉਹਨੇ ਆਪਣੇ ਰਵੱਈਏ ਨੂੰ ਬਦਲਣਾ ਨਹੀਂ ਆ। ਉਹਨੇ ਚਿੱਠੀਆਂ ਤੇ ਚਿੱਠੀਆਂ ਜਾਂ ਉਹ ਮੁੱਦੇ ਉਛਾਲਦੇ ਰਹਿਣਾ ਜਿਹੜੇ ਮੁੱਦੇ ਦੇ ਉੱਤੇ ਸਰਕਾਰ ਘਿਰਦੀ ਹੈ ਜਾਂ ਕਾਂਗਰਸ ਹਾਈਕਮਾਨ ਵਾਸਤੇ ਦੁਵਿਧਾ ਦੀ ਜਿਹੜੀ ਸਥਿਤੀ ਪੈਦਾ ਹੁੰਦੀ ਹੈ। ਤਾਂ ਇਹ ਬਹੁਤ ਵੱਡਾ ਪ੍ਰਸ਼ਨ ਹੈ ਇਹ ਪੰਜਾਬ ਵਾਸਤੇ, ਪੰਜਾਬ ਵਾਸੀਆਂ ਵਾਸਤੇ ਔਰ ਪੰਜਾਬ ਦੇ ਈਵਨ ਕਿ ਨਵਜੋਤ ਸਿੱਧੂ ਵਾਸਤੇ ਕਿ ਨਵਜੋਤ ਸਿੱਧੂ ਪੰਜਾਬ ਤੇ ਪੰਜਾਬੀਅਤ ਵਾਸਤੇ ਕਰਨਾ ਕੀ ਚਾਹੁੰਦੇ ਆ। ਕਿ ਕੇਵਲ ਔਰ ਕੇਵਲ ਲੋਕ ਮੁੱਦਿਆਂ ਦੀ ਗੱਲ ਜਿਹੜੀ 18 ਨੂੰ 31 ਪ੍ਰੋਗਰਾਮ ਦੀ ਗੱਲ ਉਹ ਕੇਵਲ ਔਰ ਕੇਵਲ ਨਵਜੋਤ ਸਿੱਧੂ ਹੀ ਕਰ ਸਕਦੇ, ਬਾਕੀ ਹੋਰ ਪਾਰਟੀ ਦੇ ਮੈਂਬਰ ਵੀ ਹਨ। ਜੇ ਨਹੀਂ ਠੁੰਦੇ ਤਾਂ ਫਿਰ ਤੁਸੀਂ ਜਾਂ ਤਾਂ ਫਿਰ ਘਰ ਬੈਠ ਜਾਓ, ਅੱਗੇ ਵੀ ਤਾਂ ਤੁਸੀਂ 2.5-3 ਸਾਲ ਘਰ ਹੀ ਬੈਠੇ ਰਹੇ ਜੇ। ਪਰ ਇਹੋ ਜਿਹੀ ਸਟੇਜ ਤੇ ਆਣ ਕੇ ਜਦੋਂ ਹੁਣ ਚੋਣਾਂ ਦੇ ਵਿੱਚ ਕੇਵਲ 2 ਜਾਂ 2.5 ਮਹੀਨੇ ਰਹਿ ਗਏ ਹੋਣ ਤੇ ਤੁਸੀਂ ਸਰਕਾਰ ਨੂੰ ਘੇਰਦੇ ਹੋਵੋ ਔਰ ਘੇਰਨ ਦੇ ਬਾਅਦ ਆਪਣੀ ਹੀ ਸਰਕਾਰ ਤੇ ਪ੍ਰਸ਼ਨ ਚਿੰਨ੍ਹ ਉਠਾਉਂਦੇ ਹੋਵੋ ਤਾਂ ਫਿਰ ਕੁਦਰਤੀ ਤੌਰ ਤੇ ਹਾਈਕਮਾਨ ਤੁਹਾਡੇ ਪ੍ਰਤੀ ਕੋਈ ਵੀ ਜਿਹੜਾ ਕੋਈ ਸਖਤ ਸਟੈਂਡ ਲੈ ਰਹੀ ਆ
ਜਾਂ ਔਰ ਹੌਲੀ ਹੌਲੀ ਤੁਹਾਡੀਆਂ ਸ਼ਕਤੀਆਂ ਘਟਦੀ ਪਈ ਆ, ਤੁਹਾਡੇ ਪਰ ਜਿਹੜੀ ਹਾਈਕਮਾਨ ਘਟਦੀ ਪਈ ਆ, ਤਾਂ ਇਹ ਤੁਹਾਡੇ ਵਾਸਤੇ ਆਉਂਦੇ ਭਵਿੱਖ ਵਾਸਤੇ ਚੰਗੇ ਅਸੀਂ ਕਹਿ ਸਕਦੇ ਕਿ ਚੰਗੀਆਂ ਨਿਸ਼ਾਨੀਆਂ ਨਹੀਂ ਆ। ਤੁਹਾਡੇ ਵਿਰੁੱਧ ਕੁਝ ਨਾ ਕੁਝ ਕਾਰਵਾਈ ਜਿਹੜੀ ਹੈ ਵੱਡੇ ਪੱਧਰ ਤੇ ਕਾਂਗਰਸ ਹਾਈਕਮਾਨ ਕਰ ਵੀ ਸਕਦੀ ਹੈ, ਤੇ ਜਾਂ ਇਹ ਵੀ ਹੋ ਸਕਦਾ ਕਿ ਐਨ ਚੋਣਾਂ ਦੇ ਵਕਤ ਨਵਜੋਤ ਸਿੱਧੂ ਹੁਣੀ ਆਪ ਹੀ ਕਿਨਾਰਾ ਕਰ ਜਾਣ, ਕਿਉਂਕਿ ਲੋਕਾਂ ਦੇ ਵਿੱਚ ਕਨਸੋਵਾਂ ਜਿਹੜੀਆਂ ਨੇ ਅਜਿਹੀਆਂ ਵੀ ਵੇਖਣ ਨੂੰ ਮਿਲਦੀਆਂ ਪਈਆਂ ਨੇ। ਔਰ ਜੇਕਰ ਕਾਂਗਰਸ ਹਾਈਕਮਾਨ ਕੈਪਟਨ ਅਮਰਿੰਦਰ ਸਿੰਘ ਨੂੰ ਮਨਾਉਣ ਦੇ ਵਿੱਚ ਸਫਲ ਹੋ ਜਾਂਦੀ ਹੈ ਤਾਂ ਤੁਸੀਂ ਦੇਖਣਾ ਮਾਨ ਸਾਹਿਬ, ਜਿਹੜਾ ਤੁਸੀਂ ਸ਼ਬਦ ਵਾਕਿਆ ਜਿਹੜਾ ਹਸ਼ਰ ਕੈਪਟਨ ਅਮਰਿੰਦਰ ਸਿੰਘ ਦਾ ਅਜੇ ਹੋਇਆ ਨਹੀਂ, ਪਰ ਨਵਜੋਤ ਸਿੱਧੂ ਦਾ ਕਾਂਗਰਸ ਹਾਈਕਮਾਨ ਉਹ ਹਸ਼ਰ ਜ਼ਰੂਰ ਕਰੂਗੀ, ਉਹਨੂੰ ਬਾਹਰ ਦਾ ਰਸਤਾ ਦਿਖਾ ਸਕਦੀ। ਅਜੇ ਤੱਕ ਕਾਂਗਰਸ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ, ਤੇ ਨਾ ਹੀ ਅਜੇ ਤੱਕ ਕੈਪਟਨ ਅਮਰਿੰਦਰ ਸਿੰਘ ਨੇ ਅਧਿਕਾਰਤ ਤੌਰ ਤੇ ਕਾਂਗਰਸ ਪਾਰਟੀ ਤੋਂ ਅਸਤੀਫਾ ਦਿੱਤਾ। ਅੰਦਰੋਂ ਅੰਦਰੀ ਪਰਦੇ ਦੇ ਪਿੱਛੇ ਕਿਹੜੀਆਂ ਕਹਾਣੀਆਂ ਵਾਪਰਦੀਆਂ ਪਈਆਂ ਨੇ ਇਹ ਦੋਵਾਂ ਧਿਰਾਂ ਜਾਣਦੀਆਂ ਨੇ, ਪਰ ਇਹ ਜਿਹੜੇ ਸ਼ੁਭ ਸੰਕੇਤ ਜਿਹੜੇ ਨੇ ਇਹ ਨਵਜੋਤ ਸਿੱਧੂ ਵਾਸਤੇ ਨਹੀਂ ਹਨ। ਨਵਜੋਤ ਸਿੱਧੂ ਨੂੰ ਆਪਣੀ ਕਾਰਜਸ਼ੈਲੀ ਬਦਲਣੀ ਪਏਗੀ, ਜਾਂ ਉਸ ਨੂੰ ਸਰੈਂਡਰ ਕਰਨਾ ਪਏਗਾ, ਜਾਂ ਫਿਰ ਕਾਂਗਰਸ ਹਾਈਕਮਾਨ ਵੱਲੋਂ ਮਿਲਣ ਵਾਲੇ ਝਟਕਿਆਂ ਵਾਸਤੇ ਤਿਆਰ ਰਹਿਣਾ ਚਾਹੀਦਾ, ਜਿਹੜੇ ਆਉਂਦਿਆਂ ਦਿਨਾਂ ਦੇ ਵਿੱਚ ਉਹਨਾਂ ਨੂੰ ਦਿੱਤੇ ਜਾ ਸਕਦੇ, ਜਿਸ ਦੇ ਸੰਕੇਤ ਜਿਹੜੇ ਆ ਹੁਣ ਮਿਲਣੇ ਜਿਹੜੇ ਸ਼ੁਰੂ ਹੋ ਚੁੱਕੇ ਆ। ਜੀ ਮਾਨ ਸਾਹਿਬ। ਅਣਖੀ ਸਾਹਿਬ, ਤੁਸੀਂ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੁੜੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਜੀ। ਇਹ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਨੇ ਪੰਜਾਬ ਦੀਆਂ ਅਹਿਮ ਖਬਰਾਂ ਦਾ ਐਨਾਲਿਸਿਸ ਕੀਤਾ, ਚਰਚਾ ਕੀਤੀ ਵਿਸਥਾਰ ਦੇ ਨਾਲ, ਤੇ ਆਉਣ ਵਾਲੇ ਸਮੇਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਕਿਹੜੇ ਝਟਕੇ ਹਾਈ ਕਮਾਨ ਦੇ ਵੱਲੋਂ ਲੱਗ ਸਕਦੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਸਿਆਸੀ ਕੈਰੀਅਰ ਡਗਮਗਾਏਗਾ, ਜਾਂ ਫਿਰ ਉਹ ਆਪਣੇ ਮੁੱਦਿਆਂ ਨੂੰ ਲੈ ਕੇ ਆਪਣੀ ਲੜਾਈਆਂ ਲੜਦੇ ਰਹਿਣਗੇ ਤੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਜਾਣਗੇ। ਇਸ ਬਾਰੇ ਵੀ ਐਨਾਲਿਸਿਸ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਮੀਦ ਹੈ ਪ੍ਰੋਫੈਸਰ ਅਣਖੀ ਦੁਆਰਾ ਕੀਤੀ ਹੋਈ ਚਰਚਾ ਸਾਡੇ ਦਰਸ਼ਕਾਂ ਨੂੰ ਜ਼ਰੂਰ ਪਸੰਦ ਆਏਗੀ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਤੋਂ ਸਾਡੀ ਹੋਏਗੀ ਮੁਲਾਕਾਤ, ਕਰਾਂਗੇ ਕੁਝ ਅਹਿਮ ਮੁੱਦਿਆਂ ਤੇ ਫਿਰ ਤੋਂ ਚਰਚਾ। ਉਦੋਂ ਤੱਕ ਸਾਨੂੰ ਦਿਓ ਇਜਾਜ਼ਤ। ਧੰਨਵਾਦ।